ਮੈਡੀਕਲ ਕਾਲਜ ਦੀ ਜ਼ਮੀਨ ਪੰਜਾਬ ਸਰਕਾਰ ਨੂੰ ਦੇਣ ਵਾਲੇ ਗੁਰਦੁਆਰਾ ਅੰਗੀਠਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਅਤੇ ਮੈਡੀਕਲ ਕਾਲਜ ਨੂੰ ਬਚਾਉਣ ਲਈ ਲਗਾਤਾਰ ਸੰਘਰਸ਼ ਕਰਨ ਵਾਲੇ ਇਲਾਕੇ ਦੇ ਲੋਕਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ। ਮੈਡੀਕਲ ਕਾਲਜ ਨੂੰ ਬਚਾਉਣ ਦੇ ਲਈ ਇਨ੍ਹਾਂ ਇਲਾਕੇ ਦੇ ਲੋਕਾਂ ਨੇ ਸ਼੍ਰੋਮਣੀ ਕਮੇਟੀ ਮੈਂਬਰ ਗੋਬਿੰਦ ਸਿੰਘ ਲੌਂਗੋਵਾਲ ਦੀ ਕੋਠੀ ਦਾ ਘਿਰਾਓ ਕਰਕੇ 83 ਦਿਨਾਂ ਤੋਂ ਲਗਾਤਾਰ ਧਰਨਾ ਦਿੱਤਾ ਸੀ। ਇਸ ਲਈ ਹੁਣ ਜਦੋਂ ਸ਼੍ਰੋਮਣੀ ਕਮੇਟੀ ਨੇ ਖੁਦ ਉਹੀ ਜ਼ਮੀਨ ਪੰਜਾਬ ਸਰਕਾਰ ਨੂੰ ਮੈਡੀਕਲ ਕਾਲਜ ਬਣਾਉਣ ਦੇ ਲਈ ਦੇਣ ਦਾ ਫੈਸਲਾ ਕੀਤਾ ਤਾਂ ਇਹ ਲੋਕ ਬਹੁਤ ਖੁਸ਼ ਹੋਏ। ਸੰਤ ਬਾਬਾ ਅਤਰ ਸਿੰਘ ਮੈਡੀਕਲ ਕਾਲਜ ਮਸਤੂਆਣਾ ਸਾਹਿਬ ਦੇ ਗਠਨ ਦਾ ਵਿਵਾਦ ਹੁਣ ਖਤਮ ਹੋ ਗਿਆ। ਦੱਸ ਦੇਈਏ ਕਿ 5 ਅਗਸਤ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਸਤੂਆਣਾ ਸਾਹਿਬ ਨੇੜੇ ਗੁਰਦੁਆਰਾ ਅੰਗੀਠਾ ਸਾਹਿਬ ਦੀ 25 ਏਕੜ ਜ਼ਮੀਨ ਵਿੱਚ ਮੈਡੀਕਲ ਕਾਲਜ ਦੀ ਉਸਾਰੀ ਦੇ ਲਈ ਨੀਂਹ ਪੱਥਰ ਰੱਖਿਆ ਸੀ। ਇਸ 25 ਏਕੜ ਜ਼ਮੀਨ ਦੀ ਗੁਰਦੁਆਰਾ ਅੰਗੀਠਾ ਸਾਹਿਬ ਦੇ ਵੱਲੋਂ ਪੰਜਾਬ ਸਰਕਾਰ ਨੂੰ ਰਜਿਸਟਰੀ ਕਰਵਾਈ ਗਈ ਸੀ ਅਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਉਸ 25 ਏਕੜ ਜ਼ਮੀਨ ਦੀ ਗਲਤ ਤਰੀਕੇ ਨਾਲ ਰਜਿਸਟਰੀ ਕਰਵਾਉਣ ਸੰਬੰਧੀ ਅਦਾਲਤ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਸ ਕਾਰਨ ਮੈਡੀਕਲ ਕਾਲਜ ਦੀ ਉਸਾਰੀ ਤੇ ਰੋਕ ਲੱਗ ਗਈ ਸੀ ਅਤੇ ਇਲਾਕੇ ਦੇ ਲੋਕਾਂ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਖਿਲਾਫ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪਰ ਹੁਣ ਸਾਰੀਆਂ ਧਿਰਾਂ ਸਹਿਮਤ ਹੋ ਗਈਆਂ ਹਨ ਅਤੇ ਸਾਰੀਆਂ ਧਿਰਾਂ ਇੱਕ ਮੰਚ ਤੇ ਇਕੱਠੀਆਂ ਹੋ ਗਈਆਂ ਨੇ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲ ਕੇ ਮੈਡੀਕਲ ਕਾਲਜ ਬਣਾਉਣ ਦੇ ਲਈ ਪੰਜਾਬ ਸਰਕਾਰ ਨੂੰ ਲਿਖਤੀ ਸਮਝੌਤਾ ਦਿੱਤਾ ਹੈ। ਕੀ ਨਾਮ ਹੈ ਜੀ? ਬਾਬਾ ਦਰਸ਼ਨ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ। ਬਾਬਾ ਜੀ ਅੱਜ ਮੈਡੀਕਲ ਜ਼ਮੀਨ ਕਾਲਜ ਦੀ ਜ਼ਮੀਨ ਨੂੰ ਲੈ ਕੇ ਕੀ ਸਹਿਮਤੀ ਬਣੀ ਹੈ? ਕੀ ਮਸਲਾ ਜਿਹੜਾ ਹੁਣ ਅੱਜ ਤੱਕ ਸਾਹਮਣੇ ਆਏਗਾ ਸਾਰਾ? ਸਹਿਮਤੀ ਤਾਂ ਹੁਣ ਤਿੰਨੇ ਤਰ੍ਹਾਂ ਸਹਿਮਤ ਹੋ ਗਈਆਂ। ਪਹਿਲਾਂ ਉਹ ਧਿਰ ਕਹਿੰਦੀ ਸਾਡੀ ਆ ਜ਼ਮੀਨ, ਉਹ ਧਿਰ ਕਹਿੰਦੀ ਸਾਡੀ ਆ ਜ਼ਮੀਨ। ਅਸੀਂ ਅੰਗੀਠਾ ਸਾਹਿਬ ਵਾਲੇ ਕਹਿੰਦੇ ਸਾਡੀ ਹੈ। ਅਸੀਂ ਇਹ ਇਲਾਕੇ ਦੀ ਸਹੂਲਤ ਖਾਤਰ ਦਿੱਤੀ ਸੀ ਵੀ ਮੈਡੀਕਲ ਕਾਲਜ ਇੱਥੇ ਬਣੇ, ਇਲਾਕੇ ਨੂੰ ਸਹੂਲਤ। ਸਾਡਾ ਇਲਾਕਾ ਪਛੜਿਆ ਹੋਇਆ ਪੁਰਾਣਾ, ਤੇ ਹੁਣ ਉਹਨਾਂ ਨੇ ਡਿੱਕਾ ਲਾਤਾ ਸੀਗਾ, ਇਲਾਕੇ ਦੀ ਸੰਗਤ ਦਾ ਪ੍ਰੈਸ਼ਰ ਪੈ ਗਿਆ। ਹੁਣ ਉਹ ਸਹਿਮਤ ਹੋ ਗਈਆਂ, ਤਿੰਨੇ ਤਰ੍ਹਾਂ ਸਹਿਮਤ ਨਹੀਂ ਸਾਡੇ ਨਾਲ। ਠੀਕ ਹੈ, ਕੀ ਸਹਿਮਤੀ ਬਣੀ ਹੁਣ ਕਿਸ ਚੀਜ਼ ਨੂੰ ਲੈ ਕੇ? ਹੁਣ ਤਾਂ ਉਹਨਾਂ ਨੇ ਕਰੀਆ ਕਿ ਵੀ ਜਿਹੜੇ 25 ਏਕੜ ਜ਼ਮੀਨ ਹੈ ਇਹ ਅਸੀਂ ਇਹਦੇ ਤੇ ਕੋਈ ਰੌਲਾ ਨਹੀਂ ਕਰਦੇ। ਜਿਹੜਾ ਦੂਜਾ ਪਹਿਲਾਂ ਪੁਰਾਣਾ ਕੇਸ ਆ ਉਹ ਜ਼ਮੀਨ ਚੱਲੀ ਜਾਊਗਾ। ਇਹ 25 ਏਕੜ ਜ਼ਮੀਨ ਨੂੰ ਕੇਸ ਚੋਂ ਬਾਹਰ ਰੱਖਿਆ ਜਾਊਗਾ। ਭਾਜੀ ਕੀ ਨਾਮ ਹੈ ਜੀ? ਮੇਰਾ ਨਾਮ ਮਨਦੀਪ ਸਿੰਘ ਹੈ ਜੀ। ਮਨਦੀਪ ਸਿੰਘ ਜੀ, ਕਿਵੇਂ ਦੇਖਦੇ ਹੋ ਕਿੰਨਾ ਟਾਈਮ ਹੋ ਗਿਆ ਜਿਹੜਾ ਧਰਨਾ ਤੁਹਾਡਾ ਚੱਲ ਰਿਹਾ ਸੀਗਾ? ਇਹਨੂੰ ਲਗਾਤਾਰ ਅਸੀਂ 83 ਦਿਨ ਗੋਬਿੰਦ ਸਿੰਘ ਲੌਂਗੋਵਾਲ ਦੀ ਕੋਠੀ ਦੇ ਅੱਗੇ ਲਾ ਕੇ ਰੱਖਿਆ ਸੀਗਾ। ਠੀਕ ਹੈ, ਅੱਜ ਕੀ ਨਤੀਜਾ ਆਇਆ ਸਾਹਮਣੇ? ਅੱਜ ਨਤੀਜਾ ਜੀ ਦੇਖੋ, 83 ਦਿਨਾਂ ਦਾ ਰਿਜ਼ਲਟ ਆਇਆਗਾ। ਉਹ ਬੜਾ ਖੁਸ਼ੀ ਦਾ ਦਿਨ ਬਣਿਆਗਾ ਕਿਉਂਕਿ ਸਫਲਤਾਪੂਰਵਕ ਸਾਡੀ ਜਿੱਤ ਹੋਈ ਹੈ ਲੋਕਾਂ ਦੀ। ਆਮ ਲੋਕ ਇਸ ਸੰਘਰਸ਼ ਨੂੰ ਲੜ ਰਹੇ ਸੀਗੇ। ਠੀਕ ਹੈ, ਅੱਜ ਖੁਸ਼ੀ ਆ ਪੂਰੀ? ਬਹੁਤ ਜ਼ਿਆਦਾ ਖੁਸ਼ੀ ਹੈ ਜੀ, ਕਿਉਂਕਿ ਜਿਹੜੀ ਕਾਗਜ਼ਾਂ ਦੀ ਲੜਾਈ ਸੀ ਅਸੀਂ ਕਾਗਜ਼ੀ ਲੜਾਈ ਜਿੱਤੀ ਆ। ਕਿਉਂਕਿ ਅਸੀਂ ਕੋਈ ਝੂਠ ਮੋੜ ਦੀ ਲੜਾਈ ਨਹੀਂ ਸੀ, ਕਿਉਂਕਿ ਉਹ ਆਪ ਮੰਨਿਆਗੇ ਵੀ ਜਿਹੜਾ ਇਹ ਵਾਹਣ ਹੈ ਉਹ ਗੁਰਦੁਆਰਾ ਅੰਗੀਠਾ ਸਾਹਿਬ ਦਾ। ਜਿੱਤੇ ਸਾਹਿਬ ਨੇ ਸਾਲ ਭਰ ਦੇ ਵਿੱਚ ਕਾਲਜ ਬਣਾਉਣ ਦੀ ਗੱਲ ਕਹੀ ਸੀ, ਲੱਗਦਾ ਹੁਣ ਵੀ ਆਸ ਹੈ ਕਿ ਵੀ ਬਣ ਜਾਊਗਾ? ਦੇਖੋ ਜੀ, ਅੱਜ ਅਸੀਂ 83 ਦਿਨਾਂ ਬਾਅਦ ਜਿਹੜਾ ਸੰਘਰਸ਼ ਜਿੱਤ ਕੇ ਘਰ ਨੂੰ ਮੁੜਿਆਂਗੇ। ਹੁਣ ਆਸ ਤਾਂ ਵੱਜੀ ਹੈ ਕਿ ਵੀ ਸਾਡੇ ਮਾਲਵੇ ਦੇ ਵਿੱਚ ਸੰਤ ਬਾਬਾ ਅਤਰ ਸਿੰਘ ਜੀ ਦੇ ਨਾਮ ਤੇ ਜਿਹੜਾ ਮੈਡੀਕਲ ਕਾਲਜ ਤੇ ਹਸਪਤਾਲ ਬਣਨਾ ਉਹ ਬਣਾ ਕੇ ਹਟਾਂਗੇ ਜੀ। ਹੁਣ ਕਿਉਂਕਿ ਅਸੀਂ ਸਰਕਾਰ ਤੋਂ ਵੀ ਸਾਡੀ ਡਿਮਾਂਡ ਹੈ ਵੀ ਹੁਣ ਜੇ ਬਣਾਉਣਾ ਇਹਨੂੰ ਛੇਤੀ ਤੋਂ ਛੇਤੀ ਸ਼ੁਰੂ ਕਰੇ। ਠੀਕ ਹੈ, ਕਰਦੇ ਰਹੋ ਨਾ, ਫੋਨ ਕਰ ਲਿਓ। ਹਾਂਜੀ ਹਾਂਜੀ ਸਰ, ਮੈਡੀਕਲ ਕਾਲਜ ਨੂੰ ਲੈ ਕੇ ਕੀ ਸਹਿਮਤੀ ਹੋਈ ਹੈ ਜੀ? ਮਾਨਯੋਗ ਪੱਤਰਕਾਰ ਸਹਿਬਾਨ, ਅੱਜ ਅਸੀਂ ਸਾਰੀਆਂ ਧਿਰਾਂ ਜਿਸ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਗੁਰਸਾਗਰ ਟਰੱਸਟ ਮਸਤੂਆਣਾ ਸਾਹਿਬ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਅੰਗੀਠਾ ਸਾਹਿਬ ਵੱਲੋਂ ਸਾਰੀਆਂ ਧਿਰਾਂ ਇੱਥੇ ਅੱਜ ਹਾਜ਼ਰ ਹਾਂ ਤੁਹਾਡੇ ਰੂਬਰੂ। ਇਸ ਤੋਂ ਪਹਿਲਾਂ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 17 ਜਨਵਰੀ ਨੂੰ ਸੁਤੰਤਰ ਭਵਨ ਸੰਗਰੂਰ ਦੇ ਵਿੱਚ ਕੀਤੀ ਸੀਗੀ। ਕਿਉਂਕਿ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਵੀ ਮੈਡੀਕਲ ਕਾਲਜ ਮਸਤੂਆਣਾ ਸਾਹਿਬ ਵਿਖੇ ਬਣਾਉਣ ਦਾ ਜਿਹੜਾ ਮਸਲਾ ਹੈਗਾ ਇਹ ਕਾਫੀ ਪ੍ਰੈਸ ਦੇ ਵਿੱਚ ਚਰਚਾ ਦਾ ਵਿਸ਼ਾ ਰਿਹਾ ਹੈਗਾ ਤੇ ਸਾਰੇ ਹੀ ਇਸ ਕਾਲਜ ਨੂੰ ਇੱਥੇ ਬਣਾਉਣਾ ਚਾਹੁੰਦੇ ਆ। ਪਰ ਕੁਝ ਆਪਸੀ ਮਤਭੇਦਾਂ ਕਰਕੇ ਇਹ ਲੰਬਾ ਪੈਂਦਾ ਰਿਹਾ ਇਸ਼ੂ ਆ ਜਿਹੜਾ, ਉਹਨੂੰ ਹੱਲ ਕਰਨ ਦੇ ਖਾਤਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਪਹਿਲ ਕਦਮੀ ਕੀਤੀ। 17/1/2023 ਨੂੰ ਮੀਟਿੰਗ ਕੀਤੀ ਔਰ ਉਹ 'ਚ ਫੈਸਲਾ ਕੀਤਾ ਵੀ ਇਸ ਮਸਲੇ ਦੇ ਨਾਲ ਜਿਹੜੀਆਂ ਸੰਬੰਧਿਤ ਧਿਰਾਂ ਨੇ ਉਹਨਾਂ ਸਾਰੀਆਂ ਨੂੰ ਮਿਲਿਆ ਜਾਵੇ। ਤੇ ਸਭ ਤੋਂ ਪਹਿਲਾਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵੀ ਮੁਅੱਜ਼ਜ਼ ਅਹੁਦੇਦਾਰ ਸੀਗੇ ਔਰ ਜ਼ਿਲ੍ਹੇ ਦੇ, ਉਹਨਾਂ ਦੇ ਵਿੱਚ ਸਰਦਾਰ ਬਲਦੇਵ ਸਿੰਘ ਮਾਨ ਜੀ ਸਾਬਕਾ ਮੰਤਰੀ, ਜਿਹੜੇ ਕੋਰ ਕਮੇਟੀ ਦੇ ਵੀ ਮੈਂਬਰ ਨੇ ਅਕਾਲੀ ਦਲ ਬਾਦਲ ਦੇ, ਗੋਬਿੰਦ ਸਿੰਘ ਜੀ ਲੌਂਗੋਵਾਲ,
ਜਿਹੜੇ ਪ੍ਰਬੰਧਕ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਮੈਂਬਰ ਵੀ ਨੇ ਔਰ ਇਹ ਸਾਬਕਾ ਪ੍ਰਧਾਨ ਵੀ ਨੇ SGPC ਦੇ, ਔਰ ਤੇਜਾ ਸਿੰਘ ਜੀ ਕਮਾਲਪੁਰ ਜਿਨ੍ਹਾਂ ਦੇ ਮਤਲਬ ਪਤਨੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਤੇ ਇਹ ਆਪਣੇ ਜ਼ਿਲ੍ਹੇ ਸੰਗਰੂਰ ਦੇ ਅਕਾਲੀ ਦਲ ਬਾਦਲ ਦੇ ਸਾਬਕਾ ਪ੍ਰਧਾਨ ਵੀ ਨੇ। ਇਹਨਾਂ ਨੂੰ ਅਸੀਂ ਮਤਲਬ ਮਿਲੇ ਔਰ ਇਹਦੇ ਵਿੱਚ ਕੁਝ ਗੱਲਾਂ ਅਸੀਂ ਤੈਅ ਕੀਤੀਆਂ। ਇਹ 4/2/2023 ਨੂੰ ਮਿਲੇ ਅਸੀਂ ਔਰ ਉਸ ਤੋਂ ਬਾਅਦ ਫਿਰ ਅਗਲੀ ਮੀਟਿੰਗ ਆ ਜਿਹੜੀ ਉਹ ਅਸੀਂ ਗੁਰਸਾਗਰ ਟਰੱਸਟ ਮਸਤੂਆਣਾ ਸਾਹਿਬ ਦੇ ਅਹੁਦੇਦਾਰਾਂ ਨਾਲ ਰੱਖੀ ਤੇ ਉਹ ਮੀਟਿੰਗ 8/2/2023 ਨੂੰ ਰੱਖੀ। ਉਹਦੇ ਵਿੱਚ ਸਰਦਾਰ ਜਸਵੰਤ ਸਿੰਘ ਜੀ ਖਹਿਰਾ ਔਰ ਉਸ ਦੇ ਵਿੱਚ ਸਰਦਾਰ ਗੁਰਜੰਟ ਸਿੰਘ ਜੀ ਦੁੱਗਾ ਔਰ ਮਨਜੀਤ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਕੁੱਕੀ ਕੋਚ ਦੇ ਨਾਂ ਨਾਲ ਜਾਣਦੇ ਹਾਂ ਉਹ ਹਾਜ਼ਰ ਆਏ। ਉਹਦੇ ਵਿੱਚ ਕੁਝ ਗੱਲਾਂ ਉਹਨਾਂ ਨਾਲ ਅਸੀਂ ਤੈਅ ਕੀਤੀਆਂ ਔਰ 9 ਤਾਰੀਖ ਨੂੰ ਅਸੀਂ ਪ੍ਰਬੰਧਕ ਕਮੇਟੀ ਆ ਜਿਹੜੀ ਗੁਰਦੁਆਰਾ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਉਹਨਾਂ ਨਾਲ ਮੀਟਿੰਗ ਕੀਤੀ। ਉਹਦੇ ਵਿੱਚੋਂ ਬਾਬਾ ਦਰਸ਼ਨ ਸਿੰਘ ਜੀ ਖੜੇ ਆ ਤੇ ਮਾਸਟਰ ਜਸਵੰਤ ਸਿੰਘ ਜੀ ਹੈਗੇ ਆ, ਇਹ ਹਾਜ਼ਰ ਆ ਤੇ ਇਹਨਾਂ ਦੇ ਹੋਰ ਮੈਂਬਰ ਹਾਜ਼ਰ ਸੀਗੇ। ਇਹਨਾਂ ਨਾਲ ਮੀਟਿੰਗ ਕੀਤੀ ਤੇ ਕੁਝ ਗੱਲਾਂ ਇਹਨਾਂ ਨਾਲ ਡਿਸਕਸ ਕੀਤੀਆਂ। ਉਸ ਤੋਂ ਬਾਅਦ ਫਿਰ ਵੀ ਕੁਝ ਮੀਟਿੰਗਾਂ ਕੀਤੀਆਂ। 17/2 ਨੂੰ ਕੀਤੀ, 18 ਨੂੰ ਹੋਈ, ਫਿਰ 19 ਨੂੰ ਅਸੀਂ ਸਾਰੀਆਂ ਧਿਰਾਂ ਨੇ ਇੱਕ ਸਾਂਝੀ ਮੀਟਿੰਗ ਕੀਤੀ ਔਰ 19/2 ਦੀ ਮੀਟਿੰਗ ਦੇ ਵਿੱਚ ਸਾਰੀਆਂ ਧਿਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਸਾਗਰ ਟਰੱਸਟ ਮਸਤੂਆਣਾ ਸਾਹਿਬ ਔਰ ਪ੍ਰਬੰਧਕ ਕਮੇਟੀ ਗੁਰਦੁਆਰਾ ਅੰਗੀਠਾ ਸਾਹਿਬ ਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਸਾਰੀਆਂ ਧਿਰਾਂ ਦੇ ਨੁਮਾਇੰਦੇ ਆ ਜਿਹੜੇ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਤੇ ਉਹਦੇ ਵਿੱਚ ਅਸੀਂ ਫੈਸਲਾ ਜਿਹੜਾ ਕੀਤਾ ਹੈ ਉਹ ਕੀਤਾ ਵੀ ਸਾਰੀਆਂ ਧਿਰਾਂ, ਸਭ ਤੋਂ ਪਹਿਲਾਂ ਸਾਡਾ ਮਸਲਾ ਸੀ ਜਿਹੜਾ ਵੀ ਅਸੀਂ ਸਾਰੇ ਇਸ ਗੱਲ ਤੇ ਸਹਿਮਤ ਹਾਂ ਵੀ ਇੱਥੇ ਸੰਤ ਬਾਬਾ ਅਤਰ ਸਿੰਘ ਜੀ ਦੇ ਨਾਂ ਤੇ ਇਹ ਮੈਡੀਕਲ ਕਾਲਜ ਜਲਦੀ ਤੋਂ ਜਲਦੀ ਬਣਨਾ ਚਾਹੀਦਾ ਹੈਗਾ। ਇਹਦੇ ਉੱਤੇ ਸਾਰਿਆਂ ਦੀ ਸਹਿਮਤੀ ਸੀ। ਦੂਸਰਾ ਸਾਡਾ ਇਹਦੇ ਉੱਤੇ ਸਹਿਮਤੀ ਬਣੀ ਵੀ ਇਹ ਜਿਹੜਾ ਕਾਲਜ ਆ ਇਹਦੇ ਲਈ ਕਲਾਸਾਂ ਨੇ ਜਿਹੜੀਆਂ 2023-24 ਦੇ ਸੈਸ਼ਨ ਦੇ ਲਈ ਇਹ ਜਲਦੀ ਤੋਂ ਜਲਦੀ ਇਸ ਸੈਸ਼ਨ ਤੋਂ ਹੀ ਸਟਾਰਟ ਹੋਣੀਆਂ ਚਾਹੀਦੀਆਂ ਨੇ ਔਰ ਨਾਲ ਦੀ ਨਾਲ ਪੰਜਾਬ ਸਰਕਾਰ ਨੂੰ ਮਿਲ ਕੇ ਇਹ ਜਿਹੜੀਆਂ ਕਲਾਸਾਂ ਨੇ ਇਹ ਚਾਲੂ ਕਰਨ ਦੇ ਲਈ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇਹ ਹਾਂ ਤੇ ਉਸ ਤੋਂ ਬਾਅਦ ਅਸੀਂ ਇਸ ਗੱਲ ਦੇ ਉੱਤੇ ਵੀ ਸਾਰਿਆਂ ਦੀ ਸਹਿਮਤੀ ਆ ਵੀ ਇਹ ਕਲਾਸਾਂ ਨੇ ਜਿਹੜੀਆਂ ਕਿੱਥੇ ਸ਼ੁਰੂ ਹੋਣ ਤਾਂ ਸਾਨੂੰ ਮਤਲਬ ਗੁਰਸਾਗਰ ਟਰੱਸਟ ਮਸਤੂਆਣਾ ਸਾਹਿਬ ਦੀ ਜਿਹੜੀ ਕਮੇਟੀ ਹੈ ਉਹਨਾਂ ਨੇ ਆਫਰ ਕੀਤੀ ਸੀ ਵੀ ਬੀਐਡ ਕਾਲਜ ਦੀ ਜਿਹੜੀ ਬਿਲਡਿੰਗ ਹੈ ਸਾਡੇ ਕੋਲੇ ਹੋਸਟਲ ਹੈ, ਸਾਡੇ ਕੋਲੇ ਮੈਸ ਹੈ ਔਰ ਇਸ ਜਗ੍ਹਾ ਦੇ ਉੱਤੇ ਅਸੀਂ ਇਹ ਪ੍ਰੋਵਾਈਡ ਕਰਾਉਣ ਨੂੰ ਤਿਆਰ ਆ ਤੇ ਅਸੀਂ ਮਤਲਬ ਸਹਿਮਤੀ ਬਣੀ ਆ ਸਾਰੀਆਂ ਧਿਰਾਂ ਦੀ ਵੀ ਇਸ ਬਿਲਡਿੰਗ ਦੇ ਵਿੱਚ ਜੋ ਬੀਐਡ ਕਾਲਜ ਦੀ ਬਿਲਡਿੰਗ ਆ ਗੁਰਸਾਗਰ ਟਰੱਸਟ ਮਸਤੂਆਣਾ ਵੱਲੋਂ ਤਜਵੀਜ਼ ਕੀਤੀ ਗਈ ਆ ਇਹ ਇਸੇ ਸਾਲ ਤੋਂ ਕਲਾਸਾਂ ਇਸ ਜਗ੍ਹਾ ਦੇ ਉੱਤੇ ਸ਼ੁਰੂ ਕੀਤੀਆਂ ਜਾਣ। ਤੀਸਰੀ ਸਾਡੀ ਮਤਲਬ ਸਹਿਮਤੀ ਇਸ ਗੱਲ ਤੇ ਬਣੀ ਆ। ਚੌਥੀ ਸਹਿਮਤੀ ਸਾਡੀ ਇਸ ਗੱਲ ਤੇ ਬਣੀ ਆ ਵੀ 25 ਏਕੜ ਜ਼ਮੀਨ ਜਿਹੜੀ ਤਜਵੀਜ਼ਤ ਆ ਜਿਹਦੇ ਉੱਤੇ ਨੀਂਹ ਪੱਥਰ ਰੱਖਿਆ ਗਿਆ ਹੈ ਆਲਰੇਡੀ ਇਹ ਮੈਡੀਕਲ ਕਾਲਜ ਉਸ 25 ਏਕੜ ਦੇ ਵਿੱਚ ਹੀ ਬਣਨਾ ਚਾਹੀਦਾ ਔਰ ਸਾਰੀਆਂ ਧਿਰਾਂ ਇਹਦੇ ਉੱਤੇ ਸਹਿਮਤ ਨੇ, ਕੋਈ ਆਪਸ ਦੇ ਵਿੱਚ ਰੌਲਾ ਨਹੀਂ ਰਿਹਾ। ਉਸ ਤੋਂ ਅਗਲੀ ਸਾਡੀ ਸਹਿਮਤੀ ਬਣੀ ਆ ਵੀ ਇਸ ਜ਼ਮੀਨ ਦੇ ਸੰਬੰਧ ਦੇ ਵਿੱਚ ਜਿਹੜੀਆਂ ਸੰਬੰਧਿਤ ਧਿਰਾਂ ਨੇ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਗੁਰਸਾਗਰ ਟਰੱਸਟ ਮਸਤੂਆਣਾ ਸਾਹਿਬ ਆ ਜਾਂ ਪ੍ਰਬੰਧਕ ਕਮੇਟੀ ਅੰਗੀਠਾ ਸਾਹਿਬ ਆ, ਇਹਨਾਂ ਦਾ ਆਦਰਨੀਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਔਰ ਉਸ ਕੇਸ ਦੇ ਵਿੱਚ ਸਹਿਮਤੀ ਨਾਲ ਇਹ 25 ਏਕੜ ਜਿਹੜੀ ਜ਼ਮੀਨ ਆ ਜਿੱਥੇ ਕਾਲਜ ਦੀ ਉਸਾਰੀ ਹੋਣੀ ਆ ਇਹ ਅਸੀਂ ਕੋਰਟ ਨੂੰ ਹਾਈ ਕੋਰਟ ਨੂੰ ਬੇਨਤੀ ਕਰਾਂਗੇ ਵੀ ਇਹ 25 ਏਕੜ ਜ਼ਮੀਨ ਨੂੰ ਉਸ ਕੇਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਕਿ ਇੱਥੇ ਜਲਦੀ ਤੋਂ ਜਲਦੀ ਉਸਾਰੀ ਆ ਜਿਹੜੀ ਹੋ ਸਕੇ। ਇਹ ਸਾਰੀਆਂ ਧਿਰਾਂ ਸਹਿਮਤ ਨੇ। ਉੱਥੇ ਜਾ ਕੇ ਕੇਸ ਦੀ ਤਾਰੀਖ ਭਾਵੇਂ 10/5 ਲੱਗੀ ਹੋਈ ਆ, 10 ਮਈ ਲੱਗੀ ਆ, ਪਰ ਅਸੀਂ ਇੱਕ ਜਲਦੀ ਸੁਣਵਾਈ ਲਈ ਜਿਹਨੂੰ ਆਪਾਂ ਅਰਲੀ ਹੀਅਰਿੰਗ ਕਹਿ ਦਿੰਦੇ ਆ, ਜਲਦੀ ਸੁਣਵਾਈ ਲਈ ਇੱਕ ਐਪਲੀਕੇਸ਼ਨ ਸਾਂਝੇ ਤੌਰ ਤੇ ਦਾਇਰ ਕਰਾਂਗੇ ਵੀ ਮਈ ਦੀ ਉਡੀਕ ਕਰਨ ਦੀ ਬਜਾਏ ਇਹ ਕੇਸ ਨੂੰ ਮਾਨਯੋਗ ਹਾਈ ਕੋਰਟ ਜਲਦੀ ਟੇਕ ਅਪ ਕਰੇ ਔਰ ਟੇਕ ਅਪ ਕਰਕੇ ਇਹਦੀ ਜਲਦੀ ਸੁਣਵਾਈ ਕਰੇ ਔਰ ਜੋ ਸਾਡੀ ਸਹਿਮਤੀ ਬਣੀ ਆ ਉਹਦੇ ਮੁਤਾਬਕ 25 ਏਕੜ ਜ਼ਮੀਨ ਆ ਜਿਹੜੀ ਜਿੱਥੇ ਕਾਲਜ ਦੀ ਉਸਾਰੀ ਹੋਣੀ ਆ ਉਹ ਕੇਸ 'ਚੋਂ ਬਾਹਰ ਕੱਢ ਦਿੱਤੇ ਤੇ ਨਾਲ ਹੀ ਸਾਡੀ ਸਹਿਮਤੀ ਇਹ ਵੀ ਬਣੀ ਆ ਵੀ ਇਹ 25 ਏਕੜ ਤੋਂ ਇਲਾਵਾ ਜੋ ਵੀ ਇਹ ਤਿੰਨ ਧਿਰਾਂ ਦਾ ਆਪਸੀ ਕੋਈ ਕੇਸ ਆਦਰਨੀਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੱਲਦਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਸਾਗਰ ਟਰੱਸਟ ਮਸਤੂਆਣਾ ਸਾਹਿਬ ਅਤੇ ਅੰਗੀਠਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਆ, ਬਾਕੀ ਜ਼ਮੀਨ ਜਾਇਦਾਦ ਸੰਬੰਧੀ ਇਹ ਸੁਤੰਤਰ ਨੇ, ਆਜ਼ਾਦ ਨੇ। ਇਹ 25 ਏਕੜ ਤੋਂ ਇਲਾਵਾ ਇਹ ਆਪਣੇ ਕੇਸ ਨੂੰ ਕੰਟੈਸਟ ਕਰ ਸਕਦੇ ਆ, ਚਾਲੂ ਰੱਖ ਸਕਦੇ ਆ, ਔਰ ਜੋ ਵੀ ਮਾਨਯੋਗ ਹਾਈ ਕੋਰਟ ਉਹਦੇ ਉੱਤੇ ਫੈਸਲਾ ਕਰੂਗੀ, ਇਹ 25 ਏਕੜ ਤੋਂ ਇਲਾਵਾ ਜੋ ਕਢਾ ਲਈ ਜਾਊਗੀ ਸਾਂਝੇ ਤੌਰ ਦੇ ਯਤਨਾਂ ਨਾਲ, ਉਹ ਇਹ ਜੋ ਕੋਰਟ ਫੈਸਲਾ ਕਰੂਗੀ ਉਹ ਸਾਰਿਆਂ ਨੂੰ ਪ੍ਰਵਾਨ ਹੋਏਗਾ। ਇਹ ਫੈਸਲਾ ਮੁੱਢਲੇ ਰੂਪ ਦੇ ਵਿੱਚ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੀਆਂ ਇਹ ਯਤਨ ਸ਼ੁਰੂ ਕੀਤੇ ਸੀਗੇ, ਉਹਨਾਂ ਯਤਨਾਂ ਦਾ ਸਿੱਟਾ ਵੀ ਅੱਜ ਅਸੀਂ ਤੁਹਾਡੇ ਰੂਬਰੂ ਆ, ਸਾਂਝੇ ਤੌਰ ਤੇ ਸਾਰੇ ਹਾਜ਼ਰ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੌਂਗੋਵਾਲ ਸਾਹਿਬ ਖੜੇ ਆ, ਗੋਬਿੰਦ ਸਿੰਘ ਲੌਂਗੋਵਾਲ, ਸਰਦਾਰ ਬਲਦੇਵ ਸਿੰਘ ਮਾਨ ਖੜੇ ਆ, ਤੇਜਾ ਸਿੰਘ ਕਮਾਲਪੁਰ ਜੀ ਖੜੇ ਆ, ਔਰ ਗੁਰਸਾਗਰ ਟਰੱਸਟ ਵੱਲੋਂ ਖਹਿਰਾ ਸਾਹਿਬ ਜਸਵੰਤ ਸਿੰਘ ਜੀ ਖਹਿਰਾ ਖੜੇ ਆ, ਮਨਜੀਤ ਸਿੰਘ ਕੁੱਕੀ ਕੋਚ ਜੀ ਖੜੇ ਆ, ਗੁਰਜੰਟ ਸਿੰਘ ਦੁੱਗਾ ਖੜੇ ਆ, ਔਰ ਉਸ ਤੋਂ ਬਾਅਦ ਜਿਹੜੀ ਅੰਗੀਠਾ ਸਾਹਿਬ ਦੀ ਕਮੇਟੀ ਆ ਉਹਦੇ ਵੱਲੋਂ ਬਾਬਾ ਦਰਸ਼ਨ ਸਿੰਘ ਖੜੇ ਆ ਤੇ ਮਾਸਟਰ ਜਸਵੰਤ ਸਿੰਘ ਖੜੇ ਆ। ਤੇ ਸੰਯੁਕਤ ਮੋਰਚੇ ਵੱਲੋਂ ਤੁਸੀਂ ਸਾਰਿਆਂ ਨੂੰ ਜਾਣਦੇ ਹੀ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਜਿੱਥੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਅਸੀਂ ਸਾਰਿਆਂ ਨੇ ਮਤਲਬ ਜੋ ਯਤਨ ਕੀਤੇ, ਤੁਸੀਂ ਪ੍ਰੈਸ ਨੇ ਬਹੁਤ ਯੋਗਦਾਨ ਪਾਇਆ। ਇੱਥੇ ਜੋ ਸਾਡਾ ਰੇਲਵੇ ਸਟੇਸ਼ਨ ਤੇ ਚੱਲਿਆ ਉਹਦੇ ਵਿੱਚ ਸੰਗਰੂਰ ਦੇ ਪ੍ਰੈਸ ਦਾ ਬਹੁਤ ਵੱਡਾ ਯੋਗਦਾਨ ਆ, ਅਤੇ ਤੁਸੀਂ ਸਾਰਿਆਂ ਨੂੰ ਜਾਣਦੇ ਹੋ, ਅਸੀਂ ਤੁਹਾਡੇ ਰੂਬਰੂ ਹਾਂ। ਤੇ ਅੱਜ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਇਹੀ ਜੋ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ, ਇਹ ਲਿਖਤੀ ਰੂਪ ਦੇ ਵਿੱਚ ਤੁਹਾਨੂੰ ਵੀ ਦੇ ਦਿੱਤੀਆਂ ਨੇ ਇਹਨਾਂ ਦੀ ਕਾਪੀ। ਇਹ ਲਿਖਤੀ ਰੂਪ ਦੇ ਵਿੱਚ ਡਿਪਟੀ ਕਮਿਸ਼ਨਰ ਸਾਹਿਬ ਨੂੰ ਅਸੀਂ ਆਪਣੀ ਰੀਪ੍ਰੈਜ਼ੈਂਟੇਸ਼ਨ ਦੇ ਕੇ ਆਏ ਹਾਂ ਸਾਂਝੇ ਤੌਰ ਤੇ, ਔਰ ਡਿਪਟੀ ਕਮਿਸ਼ਨਰ ਸਾਹਿਬ ਨੇ ਇਹ ਵਿਸ਼ਵਾਸ ਦਿਵਾਇਆ ਵੀ ਮੈਂ ਕੇਂਦਰੀ ਸਰਕਾਰ ਨਾਲ ਔਰ ਪੰਜਾਬ ਸਰਕਾਰ ਨਾਲ ਜੋ ਅੱਜ ਰੀਪ੍ਰੈਜ਼ੈਂਟੇਸ਼ਨ ਦਿੱਤੀ ਆ, ਇਹ ਜਲਦੀ ਤੋਂ ਜਲਦੀ ਮਤਲਬ ਟੇਕ ਅਪ ਕਰਕੇ ਇਹ ਕਲਾਸਾਂ ਇਸ ਸਾਲ ਤੋਂ ਹੀ ਸ਼ੁਰੂ ਕਰਵਾਵਾਂਗੇ, ਕੋਸ਼ਿਸ਼ ਕਰਾਂਗੇ। ਔਰ ਨਾਲ ਦੀ ਨਾਲ ਇਹ ਉਸਾਰੀ ਵੀ ਆ ਜਿਹੜੀ, ਉਹ ਜਦੋਂ ਵੀ ਹਾਈ ਕੋਰਟ ਵੱਲੋਂ ਇਹ ਸਟੇ ਵਕੇਟ ਹੋ ਜਾਏਗੀ, ਇਹਦੀ ਉਸਾਰੀ ਵੀ ਜਲਦੀ ਤੋਂ ਜਲਦੀ ਸ਼ੁਰੂ ਕਰਾਉਣ ਦਾ ਯਤਨ ਕਰਾਂਗੇ। ਇਹ ਡਿਪਟੀ ਕਮਿਸ਼ਨਰ ਸਾਹਿਬ ਨੇ ਅੱਜ ਵਿਸ਼ਵਾਸ ਦਿਵਾਇਆ ਹੈਗਾ। ਖੈਰ ਸਾਹਿਬ ਚੰਗੀ ਗੱਲ ਆ, ਸਹਿਮਤੀ ਹੋਈ ਆ, ਪਰ ਇਹ ਸਹਿਮਤੀ ਕਿਹੜੇ ਸਮਝੌਤੇ ਨੂੰ ਲੈ ਕੇ ਹੋਈ ਹੈ? ਕਿਉਂਕਿ 2.5-3 ਮਹੀਨੇ ਲਗਾਤਾਰ ਜਿਹੜਾ ਇਸ ਜ਼ਮੀਨ ਨੂੰ ਲੈ ਕੇ ਕਲੇਸ਼ ਚੱਲਦਾ ਰਿਹਾ, ਪਰ ਅੱਜ ਸਾਰੀਆਂ ਤਰ੍ਹਾਂ ਇਕੱਠੀਆਂ ਨੇ, ਸਮਝੌਤਾ ਕੀ? ਦੇਖੋ ਗੱਲ ਇਹ ਆ, ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਿਆ ਵੀ ਇਹ ਸਹਿਮਤੀ ਸੰਯੁਕਤ ਕਿਸਾਨ ਮੋਰਚਾ ਜੋ ਮਤਲਬ ਸੰਗਰੂਰ ਦੀਆਂ ਜਥੇਬੰਦੀਆਂ ਨੇ ਕਿਸਾਨ, ਉਹਨਾਂ ਦੀ ਜਿਹੜੀ ਸ਼ੁਰੂਆਤੀ ਕੀਤੀ ਹੋਈ ਮਤਲਬ ਘਾਲਣਾ ਹੈਗੀ ਆ, ਉਹਨਾਂ ਨੇ ਇਹਦੇ ਵਿੱਚ ਯਤਨ ਕੀਤੇ ਆ। ਉਹ ਯਤਨ ਦਾ ਸਿੱਟਾ ਹੈਗਾ ਵੀ ਇਹ ਮਤਲਬ ਜਿਹੜੀ ਮਿਸਅੰਡਰਸਟੈਂਡਿੰਗ ਸੀ ਆਪਸੀ, ਉਹ ਮਿਸਅੰਡਰਸਟੈਂਡਿੰਗ ਨੂੰ ਅਲੱਗ-ਅਲੱਗ ਬੈਠ ਕੇ ਫਿਰ ਇਕੱਠੇ ਬੈਠ ਕੇ ਇਹਨੂੰ ਦੂਰ ਕੀਤਾ ਹੈਗਾ। ਮਿਸ ਅੰਡਰਸਟੈਂਡਿੰਗ ਦਾ ਪੇਚ ਕੀ ਸੀ? ਕਿਉਂਕਿ 2.5-3 ਮਹੀਨੇ ਲਗਾਤਾਰ ਧਰਨੇ ਵੀ ਲੱਗਦੇ ਰਹੇ, ਅਸਲ ਕਿਹੜੇ ਪੇਚ ਪਿੱਛੇ ਗਰਾਰੀ ਪਈ? ਦੇਖੋ ਉਹ ਜੋ ਪੇਚ ਸੀਗਾ ਉਹ ਅਸੀਂ ਮਹਿਸੂਸ ਕਰਦੇ ਹਾਂ ਸੰਯੁਕਤ ਕਿਸਾਨ ਮੋਰਚੇ ਵਾਲੇ, ਬਾਕੀ ਉਹ ਧਿਰਾਂ ਜਾਣਦੀਆਂ ਹੋਣਗੀਆਂ, ਮੈਂ ਉਹਨਾਂ ਵੱਲੋਂ ਨਹੀਂ ਕਹਿ ਸਕਦਾ। ਅਸੀਂ ਸੰਯੁਕਤ ਕਿਸਾਨ ਮੋਰਚੇ ਵਾਲੇ ਇਹ ਮਹਿਸੂਸ ਕਰਦੇ ਸੀਗੇ ਤੇ ਵੀ ਇਹ ਮਿਸਅੰਡਰਸਟੈਂਡਿੰਗ ਆ, ਇਹ ਜਿਹਨੂੰ ਆਪਾਂ ਗਲਤਫਹਿਮੀ ਕਹਿ ਦਿੰਦੇ ਆ, ਇੱਕ ਗਲਤਫਹਿਮੀ ਆ। ਇਹਨਾਂ ਨੂੰ ਮਤਲਬ ਇੱਕ ਐਡਾ ਵੱਡਾ ਅਦਾਰਾ ਸਾਡੇ ਜ਼ਿਲ੍ਹੇ 'ਚ ਆ ਰਿਹਾ, ਜੇ ਅਸੀਂ ਆਪਸੀ ਮਿਸਅੰਡਰਸਟੈਂਡਿੰਗ ਕਰਕੇ ਇਹਨੂੰ ਖੋਲ੍ਹ ਲੈਂਦੇ ਆ ਤਾਂ ਇਹ ਬਹੁਤ ਵੱਡੀ ਇਲਾਕੇ ਦੇ ਲਈ, ਮਸਤੂਆਣਾ ਸਾਹਿਬ ਦੇ ਲਈ ਇੱਕ ਘਾਟ ਹੋਏਗੀ, ਸਾਡੇ ਲਈ ਘਾਟ ਹੋਏਗੀ, ਔਰ ਇਸ ਨੂੰ ਅਸੀਂ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ। ਲੱਗਦਾ ਵੀ ਬੜੀ ਦੇਰ ਹੋ ਗਈ, ਜੇ ਪਹਿਲਾਂ ਹੋ ਜਾਂਦਾ ਜਿਹੜਾ ਨੁਕਸਾਨ ਹੋਇਆ ਨਾ ਹੋਵੇ। ਦੇਖੋ ਦੇਰ ਆਏ ਦਰੁਸਤ ਆਏ। ਮੈਂ ਇੱਕ ਗੱਲ ਕਲੀਅਰ ਕਰਨਾ ਹਾਂਜੀ, ਧਰਨਾ ਜਿਹੜਾ ਚਲੋ ਪਹਿਲਾਂ ਧਰਨੇ ਵਾਲੀ ਗੱਲ ਧਰਨੇ ਬਾਰੇ ਅੱਛਾ ਇੱਕ ਮਿੰਟ, ਧਰਨੇ ਬਾਰੇ ਇਹ ਆ, ਸਾਡੀ ਸਾਰਿਆਂ ਦੀ ਅੰਡਰਸਟੈਂਡਿੰਗ ਬਣੀ ਆ ਵੀ ਅੱਜ ਡਿਪਟੀ ਕਮਿਸ਼ਨਰ ਸਾਹਿਬ ਦੇ ਅਸੀਂ ਰੀਪ੍ਰੈਜ਼ੈਂਟੇਸ਼ਨ ਦੇਣ ਤੋਂ ਬਾਅਦ ਜੋ ਸਾਡੀ 19/2 ਨੂੰ ਮੀਟਿੰਗ ਹੋਈ ਸੀ, ਉਹ 'ਚ ਤੈਅ ਹੋਇਆ ਸੀਗਾ ਵੀ ਇਹ ਧਰਨਾ ਜਿਹੜਾ ਹੈਗਾ ਇਹ ਫਿਲਹਾਲ ਸਸਪੈਂਡ ਕੀਤਾ ਜਾਏਗਾ। ਇਹ ਸਾਡੀਆਂ ਸਾਰੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਧਿਰਾਂ, ਉਹ ਧਰਨਾ ਸੰਯੁਕਤ ਕਿਸਾਨ ਮੋਰਚੇ ਨੇ ਨਹੀਂ ਲਾਇਆ। ਪਹਿਲੀ ਗੱਲ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਵੀ ਉਹ ਧਰਨਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਨਹੀਂ ਹੈ, ਉਹ ਧਰਨਾ ਇਲਾਕੇ ਦੇ ਲੋਕਾਂ ਦਾ ਹੈ। ਨੋ ਜੀ ਨੋ, ਇੱਕ ਇਲਾਕੇ ਦੇ ਲੋਕਾਂ ਨੇ ਨਹੀਂ, ਇਹ ਗਲਤ ਕਰਨ ਵਰਤ ਰਹੇ ਹੋ। ਤੇ ਉਹ ਅੰਗੀਠਾ ਸਾਹਿਬ ਦੀ ਕਮੇਟੀ ਦੇ ਉਹਨਾਂ ਦੀ ਸਰਪ੍ਰਸਤੀ ਹੇਠ ਧਰਨਾ ਚੱਲ ਰਿਹਾ। ਇਹ ਹੁਣ ਜ਼ਿੰਮੇਵਾਰੀ ਅੰਗੀਠਾ ਸਾਹਿਬ ਦੀ ਕਮੇਟੀ ਦੀ ਬਣਦੀ ਹੈ ਵੀ ਉਹ ਧਰਨੇ ਨੂੰ ਜਦੋਂ ਸਾਰੀ ਸਹਿਮਤੀ ਹੋਗੀ ਤਾਂ ਉਹ ਧਰਨੇ ਨੂੰ ਅੱਜ ਹੀ ਖਤਮ ਕਰਾਉਣ। ਬਾਬਾ ਜੀ ਤੁਹਾਡੀ ਸਰਪ੍ਰਸਤੀ ਸੀ ਸੰਗਤਾਂ ਦੇ ਨਾਲ, ਸਾਡੀ ਵੀ ਹੈ, ਅਸੀਂ ਨਾਲ ਆ ਸੰਗਤਾਂ ਦੇ। ਇਹ ਹੁਣ ਧਰਨਾ ਸਮਾਪਤ ਕਰਾਉਂਗੇ ਜੀ? ਧਰਨਾ ਸਮਾਪਤ ਅਸੀਂ ਹਾਂ ਸੰਗਤਾਂ ਨੂੰ ਹੁਣ ਜਾ ਕੇ ਬੇਨਤੀ ਕਰਾਂਗੇ, ਕੋਈ ਗੱਲ ਨਹੀਂ। ਮੈਂ ਤਾਂ ਇੱਕ ਮੈਂਬਰ ਆ, ਚਲੋ ਜੀ, ਇਹ ਇੱਕ ਸੰਸਥਾ ਹੈਗੀ। ਜਿਹੜੀ ਸਹਿਮਤੀ ਹੋਈ ਅੱਜ ਉਹਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ?
ਚਲੋ ਮੈਂ ਤਾਂ ਬਹੁਤ ਖੁਸ਼ੀ ਹੈ ਕਿਉਂਕਿ ਅਸੀਂ ਤਾਂ ਸ਼ੁਰੂ ਤੋਂ ਹੀ ਹਮੇਸ਼ਾ ਹੀ, ਤੁਸੀਂ ਸਾਰੇ ਪ੍ਰੈਸ ਵਾਲਿਆਂ ਨੂੰ ਪਤਾ ਹੈ ਕਿ ਮੈਂ ਹਮੇਸ਼ਾ ਹੀ ਚਾਹੁੰਦਾ ਸੀ ਕਿ ਸੰਤ ਚੰਦ ਸਿੰਘ ਆਪਣਾ ਸੰਤ ਬਾਬਾ ਅਤਰ ਸਿੰਘ ਜੀ ਦੇ ਨਾਂ ਤੇ ਦੇਖੋ ਜਿਹੜਾ ਕਾਲਜ ਬਣ ਰਿਹਾ ਹੈ ਇਲਾਕੇ ਦੀ ਭਾਵਨਾ ਨਾਲ ਅਸੀਂ ਸਾਰੇ ਚਾਹੁੰਦੇ ਸੀ ਵੀ ਜ਼ਰੂਰ ਬਣਨਾ ਇਹ ਚਾਹੀਦਾ ਹੈ। ਸਾਰੀ ਸ਼ੁਰੂ ਤੋਂ ਕੋਸ਼ਿਸ਼ ਰਹੀ, ਪ੍ਰਧਾਨ ਜੀ ਨੂੰ ਮਿਲੇ, ਅਸੀਂ ਗੱਲਾਂ ਕਰਦੇ ਰਹੇ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਸੰਘਰਸ਼ ਜਿਹੜਾ ਸਾਡੇ ਮੋਰਚੇ ਦੇ ਵੱਲੋਂ, ਕਿਸਾਨ ਮੋਰਚੇ ਵੱਲੋਂ ਸੇਖੋਂ ਸਾਹਿਬ ਤੇ ਇਹਨਾਂ ਦੇ ਸਾਰੇ ਸਾਥੀਆਂ ਨੇ ਅਸੀਂ ਸਾਰੇ ਬੈਠ ਕੇ ਮੀਟਿੰਗ ਕੀਤੀ ਹੈ ਔਰ ਵਧੀਆ ਇੱਕ ਛਿੱਟੇ ਤੇ ਸਾਰੇ ਜਣੇ ਪਹੁੰਚੇ ਆ ਕਿ ਇਹ ਜਿਹੜਾ ਧਰਨਾ ਹੈ ਜਿਹੜਾ ਆਪਣਾ ਕਾਲਜ ਹੈ ਇਹ ਬਣਨਾ ਚਾਹੀਦਾ। ਉਹ ਸਾਰੀਆਂ ਗੱਲਾਂ ਸੇਖੋਂ ਜੀ ਨੇ ਤੁਹਾਨੂੰ ਡਿਟੇਲ 'ਚ ਦੱਸਦੀਆਂ ਨੇ। ਸੋ ਅਸੀਂ ਸਾਰੇ ਇਹਦੇ ਨਾਲ ਸਹਿਮਤ ਹਾਂਗੇ ਔਰ ਅਸੀਂ ਵੀ ਚਾਹੁੰਦੇ ਹਾਂ ਕਿ ਇੱਥੇ ਜਿਹੜਾ ਕਾਲਜ ਹੈ ਜਲਦ ਤੋਂ ਜਲਦੀ ਬਣੇ। ਪ੍ਰਧਾਨ ਜੀ ਤੁਸੀਂ ਸੰਭਾਵਨਾ ਵਿਅਕਤ ਕਰ ਰਹੇ ਹੋ ਵੀ ਕਲਾਸਾਂ ਸ਼ੁਰੂ ਹੋ ਜਾਣਗੀਆਂ ਸੈਸ਼ਨ ਤੋਂ? ਬਿਲਕੁਲ ਅਸੀਂ ਕੋਸ਼ਿਸ਼ ਕਰਾਂਗੇ। ਦੇਖੋ ਅਸੀਂ ਵੀ ਪਹਿਲਾਂ ਗੱਲ ਕੀਤੀ, ਸਾਰੇ ਨੇ ਬੈਠ ਕੇ ਵੀ ਸਰਕਾਰ ਨੂੰ ਅਸੀਂ ਕਹਾਂਗੇ ਹੁਣ ਸਰਕਾਰ ਦੇ ਵੀ ਸਰਕਾਰ ਨੂੰ ਦੇਖੋ ਚਾਹੀਦਾ ਉਹ ਆਪਣੇ ਵਾਅਦੇ, ਦੇਖੋ ਹੁਣ ਸਰਕਾਰ ਦੇ ਦੇਖੋ ਅਸੀਂ ਇਹ ਸਾਰਾ ਮਸਲਾ ਹੱਲ ਹੋ ਗਿਆ, ਹੁਣ ਸਰਕਾਰ ਨੂੰ ਚਾਹੀਦਾ ਕਿ ਉਹ ਕਲਾਸਾਂ ਸ਼ੁਰੂ ਕਰੇ। ਆਪਣੇ ਜਿਹੜੀ ਹੈ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ, ਜਿਹੜੀ ਹੈ ਉਹਨਾਂ ਲੋਕਾਂ ਨਾਲ ਵਾਅਦਾ ਕੀਤਾ ਮੈਂ ਇਸ ਸਾਲ ਕਲਾਸਾਂ ਸ਼ੁਰੂ ਕਰੂੰਗਾ, ਉਹਦੇ ਵਾਸਤੇ ਸੇਖੋਂ ਜੀ ਨੇ ਦੱਸਤਾ ਕਿ ਟਰਸਟ ਵੱਲੋਂ ਜਿਹੜਾ ਗੁਰਸਾਗਰ ਬਸਤੂਆਂ ਟਰਸਟ ਵੱਲੋਂ ਜਗ੍ਹਾ ਵੀ ਦੇਤੀ, ਕਲੀਅਰ ਕਰਤੀ, ਸਾਰੀ ਗੱਲ ਹੋ ਗਈ। ਤੇ ਹੁਣ ਇਹ ਬੇਨਤੀ ਕਰਦੇ ਆ ਵੀ ਜਲਦ ਤੋਂ ਜਲਦੀ ਇੱਥੇ ਜਿਹੜੀਆਂ ਮੈਡੀਕਲ ਕਾਲਜ ਦੀਆਂ ਕਲਾਸਾਂ ਨੇ ਜਿਹੜੀਆਂ ਉਹ ਸ਼ੁਰੂ ਹੋਣੀਆਂ ਚਾਹੀਦੀਆਂ ਨੇ। ਮੇਰਾ ਸਾਹਿਬ ਮੈਡੀਕਲ ਕਾਲਜ ਦਾ ਵਿਵਾਦ ਅੱਜ ਖਤਮ ਹੁੰਦਾ ਨਜ਼ਰ ਆ ਰਿਹਾ, ਸਹਿਮਤੀ ਸਾਰੀਆਂ ਧਿਰਾਂ ਇਕੱਠੀਆਂ ਨੇ, ਕਿਸ ਗੱਲ ਨੂੰ ਲੈ ਕੇ ਸਹਿਮਤੀ ਹੋਈ ਆ? ਮੁੱਢਲੇ ਤੌਰ ਤੇ ਸਾਡੀ ਜਿਹੜੀ ਸਹਿਮਤੀ ਇਹ ਹੋਈ ਹੈ ਕਿ ਇਸੇ ਸੈਸ਼ਨ ਤੋਂ ਕਲਾਸਾਂ ਸ਼ੁਰੂ ਕੀਤੀਆਂ ਜਾਣ, ਕਿਉਂਕਿ ਉਹਦੇ ਲਈ ਮਸਤੂਆਣਾ ਸਾਹਿਬ ਅਸੀਂ ਟਰਸਟ ਵੱਲੋਂ ਬੀਐਡ ਕਾਲਜ ਦੀ ਸਾਰੀ ਬਿਲਡਿੰਗ ਤੇ ਹੋਸਟਲ ਅਸੀਂ ਪਹਿਲਾਂ ਹੀ ਆਫਰ ਕਰ ਚੁੱਕੇ ਆ। ਦਸੰਬਰ ਦੇ ਵਿੱਚ ਅਸੀਂ ਸਰਕਾਰ ਨੂੰ ਰੈਜੂਲੇਸ਼ਨ ਪਾ ਕੇ ਦੇ ਚੁੱਕੇ ਆ ਤੇ ਉਹਦੇ ਵਿੱਚ ਐਸੇ ਸੈਸ਼ਨ ਤੋਂ ਜਿਹੜੀਆਂ ਕਲਾਸਾਂ ਸ਼ੁਰੂ ਕਰਨ, ਜਿਵੇਂ ਪਹਿਲਾਂ ਲੌਂਗੋਵਾਲ ਸਾਹਿਬ ਤੇ ਮਾਨ ਸਾਹਿਬ ਨੇ ਕਿਹਾ ਕਿ ਹੁਣ ਸਰਕਾਰ ਆਪਦਾ ਵਾਅਦਾ ਪੁਗਾਵੇ ਕਿ ਇਸੇ ਸੈਸ਼ਨ ਤੋਂ ਉਹ ਕਲਾਸਾਂ ਸ਼ੁਰੂ ਕਰਨ। ਅਸੀਂ ਡੀਸੀ ਸਾਹਿਬ ਨੂੰ ਵੀ ਇਹੀ ਬੇਨਤੀ ਕਰਕੇ ਆਏ ਕਿ ਐਡਮਿਸ਼ਨ ਪ੍ਰੋਸੈਸ ਸ਼ੁਰੂ ਕੀਤਾ ਜਾਵੇ। ਮੈਡੀਕਲ ਕਾਉਂਸਲ ਨੂੰ ਹੈ ਜਿਹੜੀ ਜਾਂ ਕਮਿਸ਼ਨ ਹੈ ਤੇ ਉਹਦੀ ਟੀਮ ਨੂੰ ਵਿਜ਼ਿਟ ਕਰਾ ਕੇ ਜਲਦੀ ਕਲਾਸਾਂ ਸ਼ੁਰੂ ਕੀਤੀਆਂ ਜਾਣ। ਉਹਦੇ ਵਿੱਚ ਕੋਈ ਅੜਿੱਕਾ ਨਹੀਂ ਕਲਾਸਾਂ ਦੇ ਵਿੱਚ। ਜਿਹੜਾ ਦੂਸਰਾ ਹੈਗਾ ਜ਼ਮੀਨ ਬਾਰੇ ਵੀ ਉੱਥੇ ਅਸੀਂ ਸਾਰੀਆਂ ਸਹਿਮਤ ਹਾਂ ਅਸੀਂ ਵੀ ਉੱਥੇ ਅਗਰ ਬਣਾਉਣਾ ਚਾਹੁੰਦੀ ਹੈ ਸਰਕਾਰ ਉੱਥੇ ਬਣਾ ਸਕਦੀ ਹੈ, ਅਸੀਂ ਸਾਰੇ ਉਸ ਲਈ ਸਹਿਮਤ ਹਾਂ। ਪਰ ਉਹਦੇ ਵਿੱਚ ਜਿਹੜੀਆਂ ਕੋਈ ਕਾਨੂੰਨੀ ਅੜਿੱਚਣਾ ਨੇ, ਕਾਨੂੰਨੀ ਅੜਿੱਚਣਾ ਅਸੀਂ ਆਪੋ ਆਪਣੇ ਵਕੀਲਾਂ ਨੂੰ, ਟਰਸਟ ਆਪਦੇ ਵਕੀਲ ਨੂੰ ਮਿਲੂ, ਸ਼੍ਰੋਮਣੀ ਆਪਣੀ ਕਮੇਟੀ ਆਪਦੇ ਵਕੀਲਾਂ ਨੂੰ ਮਿਲ ਕੇ ਜਿਵੇਂ ਉਹ ਸਾਨੂੰ ਸੁਜੈਸਟ ਕਰਨਗੇ ਉਹ ਕਾਨੂੰਨੀ ਪ੍ਰਕਿਰਿਆ ਜਿਹੜੀ ਉਹ ਵੀ ਫੋਲੋ ਕੀਤੀ ਜਾਊਗੀ। ਕਾਨੂੰਨੀ ਅੜਚਨਾ ਇਹ ਨੇ ਵੀ ਇਹਦੇ ਇੱਕ ਤਾਂ 1987 ਤੋਂ ਸ਼੍ਰੋਮਣੀ ਕਮੇਟੀ ਦੇ ਟਰਸਟ ਦਾ ਆਪਸੀ ਇਸ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ, ਉਹ ਨੋਟੀਫਿਕੇਸ਼ਨ ਦੇ ਰਿਗਾਰਡਿੰਗ ਟਰਸਟ ਨੂੰ ਤੇ ਸਟੇ ਮਿਲੀ ਹੋਈ ਹੈ ਆਲਰੇਡੀ। ਇਹ ਤੇ 1987 ਤੋਂ ਸਟੇ ਚੱਲ ਰਹੀ ਹੈ ਇਸ ਜ਼ਮੀਨ ਤੇ ਜਿਹੜੀ ਸਰਕਾਰ ਵੱਲੋਂ ਇਹ ਸਿਲੈਕਟ ਕੀਤੀ ਗਈ ਹੈ। ਤੇ ਦੂਸਰੀ ਫਿਰ ਸ਼੍ਰੋਮਣੀ ਕਮੇਟੀ ਵੱਲੋਂ ਮਤਲਬ ਇਹ ਜਿਹੜੀ ਕੰਸਟਰਕਸ਼ਨ ਤੇ ਇੱਥੇ ਉਸੇ ਕੇਸ ਨੂੰ ਬੇਸਿਸ ਲੈ ਕੇ ਇਹ ਤੇ ਮਤਲਬ ਸਟੇ ਚੱਲ ਰਹੀ ਹੈ ਕੰਸਟਰਕਸ਼ਨ ਤੇ। ਹੁਣ ਅਸੀਂ ਇਸ ਗੱਲ ਤੇ ਸਹਿਮਤ ਹੋਏ ਹਾਂ ਕਿ ਸ਼੍ਰੋਮਣੀ ਕਮੇਟੀ ਅਤੇ ਟਰਸਟ ਤੋਂ ਲਿਖਤੀ ਅਸੀਂ ਸਹਿਮਤੀ ਲਈ ਜਾਵੇ। ਅਸੀਂ ਇਸ ਮਤਲਬ ਸਹਿਮਤੀ ਦੇਣ ਨੂੰ ਵੀ ਇਹ ਜ਼ਮੀਨ ਅਸੀਂ 25 ਏਕੜ ਅਸੀਂ ਇਹ ਸਰਕਾਰ ਨੂੰ ਦੇਣ ਨੂੰ ਤਿਆਰ, ਕਿਉਂਕਿ ਦੋਨੋਂ ਧਿਰਾਂ ਦਾ ਉੱਤੇ ਮਤਲਬ ਇਹ ਕਲੇਮ ਹੈ, ਅਸੀਂ ਉੱਤੇ ਸਹਿਮਤ ਹਾਂ, ਮਤਲਬ ਆਪਦੀ ਸਹਿਮਤੀ ਇਹ ਟਰਸਟ ਦੇਣ ਨੂੰ ਤਿਆਰ ਹੈ ਤੇ ਸ਼੍ਰੋਮਣੀ ਕਮੇਟੀ ਵੀ ਤਿਆਰ ਹੈ। ਇਹ ਜਿਹੜੀ ਪਹਿਲਾਂ ਮਤਲਬ ਕਿ ਇੱਕ ਇਹ ਗੱਲ ਆਈ ਸੀ ਵੀ ਧਿਰਾਂ ਦੀ ਆਪਸੀ ਮਿਸਅੰਡਰਸਟੈਂਡਿੰਗ, ਧਿਰਾਂ ਦੀ ਮਿਸਅੰਡਰਸਟੈਂਡਿੰਗ ਕੋਈ ਨਹੀਂ ਸੀ। ਧਿਰਾਂ ਪਹਿਲੇ ਦਿਨ ਤੋਂ ਹੀ ਕਲੀਅਰ ਨੇ, ਪਹਿਲੇ ਦਿਨ ਤੋਂ ਉਹਨਾਂ ਨੂੰ ਸਾਰੇ ਸਟੇਟਸ ਦਾ ਪਤਾ ਹੈ। ਮਿਸਅੰਡਰਸਟੈਂਡਿੰਗ ਸਰਕਾਰ ਵੱਲੋਂ ਸੀ। ਇੱਕ ਜਿਹੜੀ ਬਾਬੇ ਵੱਲੋਂ ਕਿਹੜੀ ਗੈਰ ਕਾਨੂੰਨੀ ਢੰਗ ਨਾਲ ਰਜਿਸਟਰੀ ਕਰਾਈ ਗਈ ਹੈ ਉਹ ਉਹਦਾ ਹੁਣ ਉਹੀ ਤੁਹਾਡੀ ਹਾਂ ਉਹ ਰਜਿਸਟਰੀ ਨੂੰ ਅਸੀਂ ਮਾਨਤਾ ਨਹੀਂ, ਨਾ ਸ਼੍ਰੋਮਣੀ ਕਮੇਟੀ ਨਾ ਅਸੀਂ ਦੇ ਹੀ ਨਹੀਂ ਸਕਦੇ ਕਾਨੂੰਨੀ ਤੌਰ ਤੇ, ਨਾ ਉਹ ਕਾਨੂੰਨੀ ਤੌਰ ਤੇ ਵੈਲਿਡ ਹੈ। ਅਸੀਂ ਮਤਲਬ ਇਹਦੇ ਲਈ ਕੋਈ ਹੋਰ ਰਿਲੀਜ਼ ਕਰਨੀ ਪਈ, ਜੋ ਵੀ ਜਿਵੇਂ ਕੋਰਟ ਸਾਨੂੰ ਡਾਇਰੈਕਸ਼ਨ ਸਾਡੇ ਵਕੀਲ ਸਾਨੂੰ ਸੁਜੈਸਟ ਕਰਨਗੇ ਉਹ ਅਸੀਂ ਕੋਈ 25 ਏਕੜ ਤੋਂ ਕਲੇਮ ਚੱਕ ਰਹੀਆਂ ਨੇ ਸਾਰੀਆਂ। ਹਾਂ 25 ਏਕੜ ਤੋਂ ਅਸੀਂ ਆਪਦਾ ਕਲੇਮ ਹਾਂ ਜਿਸ ਤਰ੍ਹਾਂ ਕੋਈ ਖਤਮ ਕਰਾਂਗੇ ਵੀ ਇਹ ਅਸੀਂ ਸਰਕਾਰ ਨੂੰ ਯੂਨੈਨਿਮਸਲੀ ਦੇਣ ਨੂੰ ਤਿਆਰ ਹਾਂ। ਜੇ ਧਾਰਮਿਕ ਅਦਾਰਾ ਆਪਣੀ ਕੋਈ ਜ਼ਮੀਨ ਦੇ ਨਹੀਂ ਸਕਦਾ ਜੀ ਤਾਂ ਉਹਦਾ ਹੱਕ ਕਿਸ ਤਰ੍ਹਾਂ ਹੋਏਗਾ ਜੀ? ਉਹ ਲੀਜ਼ ਕਰਾ ਸਕਦੇ ਨੇ, ਤਾਂ ਹੀ ਤਾਂ ਅਸੀਂ ਰਜਿਸਟਰੀ ਨੂੰ ਵੈਲਿਡ ਕਰ ਸਕਦੇ। ਕਿਸੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਜ਼ਮੀਨ ਹੈ, ਕਿਸੇ ਗੁਰਦੁਆਰਾ ਸਾਹਿਬ ਦੇ ਨਾਂ ਤੇ ਜ਼ਮੀਨ ਹੈ, ਉਹਦੀ ਮਾਲਕੀ ਟ੍ਰਾਂਸਫਰ ਨਹੀਂ ਹੋ ਸਕਦੀ। ਹੁਣ ਜਿਹੜੀ ਸਾਰਾ ਪ੍ਰੋਸੈਸ ਦੁਬਾਰਾ ਹੋਵੇਗਾ ਜਿਹੜੀ ਲੀਜ਼ ਤੇ ਵੀ ਇਹ ਹੁਣ ਸਰਕਾਰ ਇਹ ਤਾਂ ਵਕੀਲ ਦੱਸਣਗੇ ਜਾਂ ਮਤਲਬ ਕਿ ਹੁਣ ਸਰਕਾਰ ਦੀ ਇੱਛਾ ਦੱਸੂਗੀ ਵੀ ਸਰਕਾਰ ਹੁਣ ਇਹਦੇ ਹੁਣ ਅਗਲਾ ਇਨੀਸ਼ੀਏਟਿਵ ਸਰਕਾਰ ਨੇ ਲੈਣਾ। ਜਿਹੜੀ ਅੱਗੇ ਪਹਿਲਾਂ ਗੈਰ ਕਾਨੂੰਨੀ ਢੰਗ ਨਾਲ ਹੋਈ ਸੀ ਉਹ ਤੇ ਐਕਸ਼ਨ ਲਿਆ ਸਰਕਾਰ ਉਹ ਕੋਰਟ ਦੇਖੂ, ਉਹ ਕੋਰਟ ਦੇ ਵਿਚਾਰਧੀਨ ਹੈ।
ਕੋਰਟ ਦੇਖੋ ਵੀ ਉਹਨੂੰ ਉਹ ਤੇ ਕੀ ਮਤਲਬ ਕਿ ਕਾਰਵਾਈ ਹੋਣੀ ਬਾਕੀ ਪਹਿਲਾ ਮਸਲਾ ਤਾਂ ਕਲਾਸਾਂ ਦਾ ਜੀ। ਹਾਂ ਪਹਿਲਾ ਮਸਲਾ ਕਲਾਸਾਂ ਦਾ ਹੈ। ਕਲਾਸਾਂ ਲਾਉਣ ਦੇ ਵਿੱਚ ਲੱਗਣਗੀਆਂ, ਕੋਈ ਕਾਲਜ ਕਿਸੇ ਬਣੂਗਾ। ਕੋਈ ਅੜਚਨ ਨਹੀਂ ਹੈਗੀ। 1 ਮਹੀਨੇ ਦੇ ਅੰਦਰ ਤਾਂ ਪਰਮਿਸ਼ਨ ਮਿਲਣੀ ਨਹੀਂ ਪਰਮਿਸ਼ਨ ਤਾਂ ਵਿਜ਼ਿਟ ਕਰੇਗੀ ਆਪਣੀ ਨੈਸ਼ਨਲ ਉਹ ਤਾਂ ਚਾਹੇ ਕੱਲ ਨੂੰ ਵਿਜ਼ਿਟ ਕਰ ਲੈ, ਉਹ ਤਾਂ ਸਾਰਾ ਕੁਝ ਰੈਡੀ ਹੈ। ਉਹ ਤਾਂ ਮੈਂ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕਰਕੇ ਆਏ ਆ ਵੀ ਡੀਆਰਐਮਈ ਜਿਹੜੇ ਉਹ ਆਥੋਰਾਈਜ਼ ਨੇ ਸਰਕਾਰ ਵੱਲੋਂ, ਡੀਆਰਐਮਈ ਡਾਇਰੈਕਟਰ ਮੈਡੀਕਲ ਐਜੂਕੇਸ਼ਨ ਹੈ ਜਿਹੜਾ, ਉਹ ਮੈਡੀਕਲ ਉਸ ਨੂੰ ਲੱਗੇ ਵੀ ਸਾਡੇ ਕੋਲੇ ਬਿਲਡਿੰਗ ਅਵੇਲੇਬਲ ਹੈ। ਅਸੀਂ ਉੱਥੇ 10 ਕਾਲਜ ਚਲਾ ਰਹੇ ਹਾਂ ਜੀ। ਸਾਰੇ ਕਾਲਜ ਆਈ ਪਹਿਲੇ ਦਿਨ ਹੀ ਥੋੜ੍ਹਾ ਬਣ ਗਏ। ਅਸੀਂ ਪਹਿਲਾਂ ਹੋਰ ਬਿਲਡਿੰਗਾਂ 'ਚ ਕਲਾਸਾਂ ਚਲਾਈਆਂ ਨੇ ਤੇ ਅਗਲੇ ਸਾਲ ਉਹਦੀ ਬਿਲਡਿੰਗ ਬਣੀ ਆ। 10 ਦੇ 10 ਕਾਲਜ ਅਸੀਂ ਇਸ ਤਰ੍ਹਾਂ ਹੀ ਪਰਮਿਸ਼ਨਾਂ ਲਈਆਂ ਨੇ, ਏਆਈਸੀਟੀ ਤੋਂ ਲਈਆਂ ਨੇ, ਮੈਡੀਕਲ ਫਾਰਮੇਸੀ ਕਾਉਂਸਲ ਤੋਂ ਲਈਆਂ ਨੇ, ਸਾਰੀਆਂ ਪਰਮਿਸ਼ਨਾਂ ਇਸ ਤਰ੍ਹਾਂ ਹੀ ਲਈਆਂ ਨੇ। ਇਹ ਤਾਂ ਕਹਿਣਾ ਸਾਨੂੰ ਆਥੋਰਾਈਜ਼ ਕਰ ਦੇਣ ਡੀਸੀ ਸਾਹਿਬ ਸਰਕਾਰ, ਅਸੀਂ ਲੈ ਕੇ ਦਿਖਾਉਣੇ ਮਾਨਤਾ। ਹਾਂਜੀ ਮਾਨਤਾ ਸਾਹਿਬ ਜਿਹੜੀ ਸਹਿਮਤੀ ਹੋਈ ਹੈ ਅੱਜ ਸਾਰੀਆਂ ਤਰ੍ਹਾਂ ਪਹੁੰਚੀਆਂ ਨੇ, ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਤਾਂ ਪਹਿਲਾਂ ਸਾਰੀਆਂ ਧਿਰਾਂ ਵੀ ਸਹਿਮਤ ਸੀ, ਸਾਰਾ ਜ਼ਿਲ੍ਹਾ ਵੀ ਸਹਿਮਤ ਸੀ ਕਾਲਜ ਬਣਾਉਣ ਲਈ। ਇਹ 'ਚ ਕਦੇ ਵੀ ਕੋਈ ਅੜਚਨ ਨਹੀਂ ਸੀਗੀ, ਲੇਕਿਨ ਸਰਕਾਰ ਨੇ ਇੱਕ ਐਸਾ ਭੰਬਲਭੂਸਾ ਪਾਤਾ ਸੀ ਕਿ ਕਾਨੂੰਨੀ ਅੜਚਨਾਂ ਦੂਰ ਕਰਨ ਤੋਂ ਪਹਿਲਾਂ ਹੀ ਕਿਸੇ ਜ਼ਮੀਨ ਦੇ ਉੱਤੇ ਡਿਸਪਿਊਟਡ ਜ਼ਮੀਨ ਉੱਤੇ ਪੱਥਰ ਰੱਖਦਾ ਸੀ। ਅਸੀਂ ਅੱਜ ਇਹ ਫੈਸਲੇ ਤੇ ਆਏ ਹਾਂ ਕਿ ਉਹ ਕਾਨੂੰਨੀ ਅੜਚਨਾਂ ਸਾਰੀਆਂ ਹਾਈ ਕੋਰਟ ਦੇ ਵਿੱਚ ਦੂਰ ਕਰਕੇ ਤੇ ਜਿਹੜਾ ਵੀ ਕਿਸੇ ਵੀ ਧਿਰ ਦੇ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ, ਉਹ 25 ਕਿੱਲੇ ਅਸੀਂ ਉਸ ਕੇਸ ਦੇ ਵਿੱਚੋਂ, ਡਿਸਪਿਊਟਡ ਕੇਸ ਵਿੱਚੋਂ ਹੀ ਕੱਢਣ ਵਾਸਤੇ ਸਰਕਾਰ ਨੂੰ ਦੇਣ ਵਾਸਤੇ ਤਿਆਰ ਹੋਏ ਹਾਂ। ਤੇ ਇਹ ਜਿਹੜੀ ਤੁਸੀਂ ਕਿਹਾ ਕਿ ਇੰਨੀ ਦੇਰ ਕਿਉਂ ਹੋਈ, ਉਹ ਦੇਰ ਤਾਂ ਸਰਕਾਰ ਨੇ ਹੀ ਗਲਤ ਸਟੈਪ ਲਿੱਤਾ ਸੀ। ਅਜੇ ਵੀ ਅਸੀਂ ਅੱਜ ਸਰਕਾਰ ਨੂੰ ਫਿਰ ਬੇਨਤੀ ਕੀਤੀ ਹੈ ਕਿ ਅਸੀਂ ਕਾਲਜ ਬਣਾਉਣ ਦੇ ਸਾਰਾ ਜ਼ਿਲ੍ਹਾ ਹੀ ਹੱਕ 'ਚ ਹੈ, ਧਿਰਾਂ ਨਹੀਂ, ਸਾਰਾ ਜ਼ਿਲ੍ਹਾ, ਸਾਰੀ ਸੰਗਤ ਹੱਕ 'ਚ ਹੈ। ਤੇ ਲੇਕਿਨ ਜਿਹੜੀਆਂ ਕਾਨੂੰਨੀ ਅੜਚਨਾਂ ਨੇ ਉਹਨਾਂ ਨੂੰ ਦੂਰ ਕਰਕੇ, ਕੋਰਟ ਦੇ ਵਿੱਚ ਕੇਸ ਹੈ, ਸਟੇ ਹੈ, ਉਹਨੂੰ ਸਾਰੀਆਂ ਨੂੰ ਖਤਮ ਕਰਕੇ ਤੇ ਅਸੀਂ ਉਹ 25 ਕਿੱਲੇ ਉਸ ਕੇਸ 'ਚੋਂ ਬਾਹਰ ਕੱਢੇ ਜਾਣ ਤੇ ਬਾਕੀ ਜਿਹੜਾ ਕਾਨੂੰਨੀ ਕਿਸੇ ਦਾ ਕੋਈ ਕਿਸੇ ਧਿਰ ਦਾ ਹੱਕ ਬਣਦਾ ਹੈ ਉਹਦੇ ਉੱਤੇ ਕੋਰਟ ਆਪੀ ਫੈਸਲਾ ਕਰਦਾ ਰਹੇ। ਤੇ ਉਸ ਤੋਂ ਪਹਿਲਾਂ ਜਿਹੜਾ ਜਿੰਨਾ ਚਿਰ ਇਸ ਨੂੰ ਟਾਈਮ ਲੱਗਦਾ ਹੈ, ਅਸੀਂ ਅੱਜ ਇਹ ਵੀ ਬੇਨਤੀ ਕੀਤੀ ਹੈ, ਅਸੀਂ ਟਰਸਟ ਵਾਲਿਆਂ ਦਾ ਧੰਨਵਾਦ ਕਰਦੇ ਹਾਂ। ਇਹਨਾਂ ਕੋਲ ਸਫੀਸ਼ੈਂਟ ਬਿਲਡਿੰਗ ਹੈ ਤੇ ਬਹੁਤ ਵੱਡਾ ਹੋਸਟਲ ਹੈ, ਬਹੁਤ ਵੱਡੀਆਂ ਕਲਾਸਰੂਮ ਨੇ, ਸਾਰਾ ਜਿਹੜਾ ਇਨਫਰਾਸਟਰਕਚਰ ਸਾਰਾ ਮਤਲਬ ਇਹਨਾਂ ਕੋਲ ਪੂਰਾ ਹੈਗਾ ਇਸ ਕਾਲਜ ਨੂੰ ਚਲਾਉਣ ਲਈ। ਤੇ ਜਿਵੇਂ ਇਹਨਾਂ ਨੇ ਸਰਕਾਰ ਨੇ ਐਲਾਨ ਕੀਤਾ ਕਿ ਇਸ ਸੈਸ਼ਨ ਅਸੀਂ ਸ਼ੁਰੂ ਕਰਾਂਗੇ, ਉਹ ਤੇ ਉਸ ਬਿਲਡਿੰਗ ਨੂੰ ਲੈ ਕੇ ਟਰਸਟ ਤੋਂ ਇਹ ਫੈਸਲਾ ਹੋਇਆ ਕਿ ਉਹ ਸਰਕਾਰ ਆਪਣੀਆਂ ਕਲਾਸਾਂ ਸ਼ੁਰੂ ਕਰੇ ਤੇ ਹਾਈ ਕੋਰਟ 'ਚੋਂ ਜਿਹੜੀਆਂ ਕਾਨੂੰਨੀ ਅੜਚਨਾਂ ਨੇ ਉਸ ਨੂੰ ਦੂਰ ਕਰਾ ਕੇ ਇਹ ਜ਼ਮੀਨ ਉੱਤੇ ਹੀ ਬਣਾਇਆ ਜਾਵੇ। ਸਾਨੂੰ ਕੋਈ ਇਤਰਾਜ਼ ਨਹੀਂ ਹੈ। ਮਸਤੂਆਣਾ ਸਾਹਿਬ ਮੈਡੀਕਲ ਕਾਲਜ ਨੂੰ ਲੈ ਕੇ ਅੰਦਰੂਨੀ ਕਲੇਸ਼ ਚੱਲ ਰਿਹਾ ਸੀ ਸਾਰੀਆਂ ਧਿਰਾਂ ਦਾ, ਅੱਜ ਉਹ ਸਹਿਮਤ ਹੋ ਕੇ ਤੁਹਾਡੇ ਕੋਲ ਆਏ ਨੇ, ਕੀ ਗੱਲਬਾਤ ਹੋਈ ਹੈ ਜੀ? ਜੀ ਅੱਜ ਮੇਰੇ ਕੋਲੇ ਐਸਜੀਪੀਸੀ ਦੇ ਨੁਮਾਇੰਦੇ, ਅੰਗੀਠਾ ਸਾਹਿਬ ਦੇ ਬਾਬਾ ਦਰਸ਼ਨ ਸਿੰਘ ਜੀ, ਗੁਰਸਾਗਰ ਟਰਸਟ ਦੇ ਨੁਮਾਇੰਦੇ, ਇਹ ਸਾਰੇ ਅੱਜ ਮੇਰੇ ਕੋਲੇ ਆਏ ਸੀ। ਇਹਨਾਂ ਨੇ ਅੱਜ ਇੱਕ ਜੁਆਇੰਟ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਜਿਹਦੇ ਵਿੱਚ ਇਹਨਾਂ ਨੇ 4-5 ਨੁਕਤੇ ਇੱਥੇ ਲਿਖੇ ਨੇ। ਉਹਦੇ ਵਿੱਚ ਮੇਨ ਗੱਲ ਇਹਨਾਂ ਨੇ ਜਿਹੜੀ ਮੁੱਢਲੀ ਗੱਲ ਹੈ ਉਹ ਇਹ ਕਹੀ ਹੈ ਕਿ ਜਿੰਨੇ ਵੀ ਇਹ ਜੋ ਕੋਰਟ ਕੇਸ ਚੱਲ ਰਿਹਾ ਹੈ, ਇੱਥੇ ਇੱਕ ਤਾਂ ਸਾਰੀ ਧਿਰਾਂ ਇਸ ਗੱਲ ਨੂੰ ਐਗਰੀ ਕਰਦੀਆਂ ਕਿ ਇੱਥੇ ਕਾਲਜ ਬਣਨ, ਮੈਡੀਕਲ ਕਾਲਜ ਤੋਂ ਸਾਰੀ ਇੱਥੇ ਹੀ ਹੋਣੀ ਚਾਹੀਦੀ ਹੈ ਜਿੱਥੇ 25 ਏਕੜ ਜਿੱਥੇ ਨੀਂਹ ਪੱਥਰ ਰੱਖਿਆ ਗਿਆ ਹੈ। ਤੇ ਇਸ ਬਾਬਤ ਇਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਉਹਦੇ ਵਿੱਚੋਂ ਇਹ 25 ਏਕੜ ਨੂੰ ਐਕਸਕਲੂਡ ਕਰਾਉਣਗੇ, ਇਹਦੇ ਬਾਰੇ ਜਿਹੜੀ ਹੈਗੀ ਐਪਲੀਕੇਸ਼ਨ ਮੂਵ ਕਰਨਗੇ। ਇਹਨਾਂ ਦੇ ਨਾਲ ਗੱਲ ਹੋਈ, ਧਿਆਨ ਵਿੱਚ ਇਹਨਾਂ ਦੇ ਲਾਇਆ ਗਿਆ ਕਿ ਜੀ 10 ਮਈ ਨੂੰ ਜਿਹੜੀ ਹੈਗੀ ਅਗਲੀ ਡੇਟ ਹੈ ਤੇ ਇਹਨੂੰ ਜੇਕਰ ਆਪਾਂ ਛੇਤੀ ਨਿਬੇੜਨਾ ਹੈਗਾ ਤਾਂ ਫੌਰੀ ਤੌਰ ਤੇ ਕੋਰਟ ਦੇ ਵਿੱਚ ਸਾਨੂੰ ਐਪਲੀਕੇਸ਼ਨ ਮੂਵ ਕਰਨੀ ਚਾਹੀਦੀ ਹੈ ਅਰਲੀ ਹੀਅਰਿੰਗ ਵਾਸਤੇ, ਜਿੱਥੇ ਇਸ ਗੱਲ ਦਾ ਛੇਤੀ ਨਿਪਟਾਰਾ ਹੋ ਸਕਣ। ਇਸ ਦੇ ਬਾਬਤ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਕੋਰਟ ਦੇ ਵਿੱਚ ਇਹ ਐਪਲੀਕੇਸ਼ਨ ਮੂਵ ਕਰਨਗੇ। ਇੱਕ ਤਾਂ ਜਿਹੜੇ ਹੈਗੇ ਐਡਵਾਂਸ ਹੀਅਰਿੰਗ ਦੀ, ਸੈਕਿੰਡ ਕਿ ਸਾਰੇ ਧਿਰਾਂ ਸਹਿਮਤ ਹੈਗੀਆਂ ਤੇ 25 ਏਕੜ ਜਿਹੜੀ ਜ਼ਮੀਨ ਹੈ ਜਿੱਥੇ ਨੀਂਹ ਪੱਥਰ ਰੱਖਿਆ ਗਿਆ ਮਾਨਯੋਗ ਮੁੱਖ ਮੰਤਰੀ ਦੁਆਰਾ, ਉਹ ਜ਼ਮੀਨ ਡਿਸਪਿਊਟਡ ਪ੍ਰਾਪਰਟੀ 'ਚੋਂ ਕੱਢ ਲਿਆ ਜਾਣ। ਉੱਥੇ ਸਾਰੇ ਦੀ ਸਹਿਮਤੀ ਹੈ ਕਿ ਇੱਥੇ ਮੈਡੀਕਲ ਕਾਲਜ ਬਣਨ। ਦੂਜਾ ਇਹਨਾਂ ਨੇ ਕਿਹਾ ਹੈ ਕਿ ਟ੍ਰਾਂਜ਼ਿਟ ਕੈਂਪਸ ਵਾਸਤੇ ਜਿਹੜਾ ਇੱਥੇ ਬੀਐਡ ਕਾਲਜ ਚੱਲ ਰਿਹਾ ਉੱਥੇ ਇਨਫਰਾਸਟ੍ਰਕਚਰ ਪੂਰਾ ਹੈ, ਕਲਾਸਿਸ ਹੈ ਪਲੱਸ ਹੋਸਟਲ ਹੈ ਤੇ ਉਹ ਫੈਸਿਲਿਟੀ ਟ੍ਰਾਂਜ਼ਿਟ ਕੈਂਪਸ ਵਾਸਤੇ ਮੈਡੀਕਲ ਕਾਲਜ ਚਲਾਉਣ ਵਾਸਤੇ ਦੇਣ ਨੂੰ ਤਿਆਰ ਹੈ। ਇਹ ਸਾਰੇ ਪੁਆਇੰਟਸ ਇਹਨਾਂ ਨੇ ਲਿਖਤੀ ਤੌਰ ਤੇ ਦਿੱਤੇ ਹੈਗੇ। ਇਹਨਾਂ ਦਾ ਰਿਪਰੈਜ਼ੈਂਟੇਸ਼ਨ ਜਿਹੜਾ ਹੈਗਾ ਉਹ ਅੱਜ ਸਰਕਾਰ ਨੂੰ ਭੇਜਤਾ ਜਾਵੇਗਾ ਤੇ ਹਾਇਰ ਅਫਸਰ ਧਿਆਨ 'ਚ ਗੱਲ ਆਂਦੀ ਜਾਊਗੀ ਕਿ ਇਹ ਜਿਹੜੇ ਹੈਗੇ ਲੇਟੈਸਟ ਡਿਵੈਲਪਮੈਂਟ ਹੋਏ ਹੈ ਤੇ ਇਹਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ। ਕਲਾਸਿਸ ਨੂੰ ਲੈ ਕੇ ਲੱਗਦਾ ਕਿ ਹਾਂ ਟਾਈਮ ਸ਼ਾਰਟ ਰਹਿ ਗਿਆ ਕਿ ਸਾਰੇ ਜਿਹੜੀ ਫਾਰਮੈਲਿਟੀਜ਼ ਨੇ ਪੂਰੀਆਂ ਹੋ ਜਾਣਗੀਆਂ ਜਲਦੀ? ਜੀ ਜਿਹੜਾ ਇਹ ਟਾਈਮ ਹੈ ਇਹਦੇ ਬਾਰੇ ਗਵਰਨਮੈਂਟ ਆਫ ਇੰਡੀਆ ਨਾਲ ਮੈਟਰ ਟੇਕ ਅਪ ਕੀਤਾ ਜਾਵੇਗਾ। ਐਨਐਮਸੀ ਜਿਹੜੀ ਹੈਗੀ ਨੈਸ਼ਨਲ ਮੈਡੀਕਲ ਕਮਿਸ਼ਨ, ਉਹ ਇਹਦੇ ਤੇ ਫੈਸਲਾ ਲੈਣਗੀਆਂ। ਅਸੀਂ ਕੋਸ਼ਿਸ਼ ਕਰਾਂਗੇ ਜੇਕਰ ਇਸ ਸੈਸ਼ਨ ਦੇ ਵਿੱਚ ਸ਼ੁਰੂ ਹੋ ਗਿਆ ਤਾਂ ਫਿਰ ਇਸ ਤੋਂ ਵਧੀਆ ਕੋਈ ਗੱਲ ਨਹੀਂ ਹੈ, ਨਹੀਂ ਤਾਂ ਨੈਕਸਟ ਸੈਸ਼ਨ ਦਾ ਡੈਫੀਨਿਟਲੀ ਆਪਾਂ ਇਸ ਤੇ ਸ਼ੁਰੂ ਕਰਾਂਗੇ। ਥੈਂਕ ਯੂ। ਸਾਹਿਬ ਦੇ ਬਾਬਾ ਦਰਸ਼ਨ ਸਿੰਘ ਜੀ, ਗੁਰਸਾਗਰ ਟਰਸਟ ਦੇ ਨੁਮਾਇੰਦੇ, ਇਹ ਸਾਰੇ ਅੱਜ ਮੇਰੇ ਕੋਲੇ ਆਏ ਸੀ। ਇਹਨਾਂ ਨੇ ਅੱਜ ਇੱਕ ਜੁਆਇੰਟ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਜਿਹਦੇ ਵਿੱਚ ਇਹਨਾਂ ਨੇ 4-5 ਨੁਕਤੇ ਇੱਥੇ ਲਿਖੇ ਨੇ। ਉਹਦੇ ਵਿੱਚ ਮੇਨ ਗੱਲ ਇਹਨਾਂ ਨੇ ਜਿਹੜੀ ਮੁੱਢਲੀ ਗੱਲ ਹੈ ਉਹ ਇਹ ਕਹੀ ਹੈ ਕਿ ਜਿੰਨੇ ਵੀ ਇਹ ਜੋ ਕੋਰਟ ਕੇਸ ਚੱਲ ਰਿਹਾ ਹੈ, ਇੱਥੇ ਇੱਕ ਤਾਂ ਸਾਰੀ ਧਿਰਾਂ ਇਸ ਗੱਲ ਨੂੰ ਐਗਰੀ ਕਰਦੀਆਂ ਕਿ ਇੱਥੇ
ਕਾਲਜ ਬਣਨ, ਮੈਡੀਕਲ ਕਾਲਜ ਤਾਂ ਸਾਰੀ ਇੱਥੇ ਹੀ ਹੋਣੀ ਚਾਹੀਦੀ ਹੈ ਜਿੱਥੇ 25 ਏਕੜ ਜਿੱਥੇ ਨੀਂਹ ਪੱਥਰ ਰੱਖਿਆ ਗਿਆ ਹੈ। ਤੇ ਇਸ ਬਾਬਤ ਇਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਉਹਦੇ ਵਿੱਚੋਂ ਇਹ 25 ਏਕੜ ਨੂੰ ਐਕਸਕਲੂਡ ਕਰਾਉਣਗੇ, ਇਹਦੇ ਬਾਰੇ ਜਿਹੜੀ ਹੈਗੀ ਐਪਲੀਕੇਸ਼ਨ ਮੂਵ ਕਰਨਗੇ। ਇਹਨਾਂ ਦੇ ਨਾਲ ਗੱਲ ਹੋਈ, ਧਿਆਨ ਵਿੱਚ ਇਹਨਾਂ ਦੇ ਲਾਇਆ ਗਿਆ ਕਿ ਜੀ 10 ਮਈ ਨੂੰ ਜਿਹੜੀ ਹੈਗੀ ਅਗਲੀ ਡੇਟ ਹੈ ਤੇ ਇਹਨੂੰ ਜੇਕਰ ਆਪਾਂ ਛੇਤੀ ਨਿਬੇੜਨਾ ਹੈਗਾ ਤਾਂ ਫੌਰੀ ਤੌਰ ਤੇ ਕੋਰਟ ਦੇ ਵਿੱਚ ਸਾਨੂੰ ਐਪਲੀਕੇਸ਼ਨ ਮੂਵ ਕਰਨੀ ਚਾਹੀਦੀ ਹੈ ਅਰਲੀ ਹੀਅਰਿੰਗ ਵਾਸਤੇ, ਜਿੱਥੇ ਇਸ ਗੱਲ ਦਾ ਛੇਤੀ ਨਿਪਟਾਰਾ ਹੋ ਸਕਣ। ਇਸ ਦੇ ਬਾਬਤ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਕੋਰਟ ਦੇ ਵਿੱਚ ਇਹ ਐਪਲੀਕੇਸ਼ਨ ਮੂਵ ਕਰਨਗੇ। ਇੱਕ ਤਾਂ ਜਿਹੜੇ ਹੈਗੇ ਐਡਵਾਂਸ ਹੀਅਰਿੰਗ ਦੀ, ਸੈਕਿੰਡ ਕਿ ਸਾਰੇ ਧਿਰਾਂ ਸਹਿਮਤ ਹੈਗੀਆਂ ਤੇ 25 ਏਕੜ ਜਿਹੜੀ ਜ਼ਮੀਨ ਹੈ ਜਿੱਥੇ ਨੀਂਹ ਪੱਥਰ ਰੱਖਿਆ ਗਿਆ ਮਾਨਯੋਗ ਮੁੱਖ ਮੰਤਰੀ ਦੁਆਰਾ, ਉਹ ਜ਼ਮੀਨ ਡਿਸਪਿਊਟਡ ਪ੍ਰਾਪਰਟੀ 'ਚੋਂ ਕੱਢ ਲਿਆ ਜਾਣ। ਉੱਥੇ ਸਾਰੇ ਦੀ ਸਹਿਮਤੀ ਹੈ ਕਿ ਇੱਥੇ ਮੈਡੀਕਲ ਕਾਲਜ ਬਣਨ। ਦੂਜਾ ਇਹਨਾਂ ਨੇ ਕਿਹਾ ਹੈ ਕਿ ਟ੍ਰਾਂਜ਼ਿਟ ਕੈਂਪਸ ਵਾਸਤੇ ਜਿਹੜਾ ਇੱਥੇ ਬੀਐਡ ਕਾਲਜ ਚੱਲ ਰਿਹਾ ਉੱਥੇ ਇਨਫਰਾਸਟ੍ਰਕਚਰ ਪੂਰਾ ਹੈ, ਕਲਾਸਿਸ ਹੈ ਪਲੱਸ ਹੋਸਟਲ ਹੈ, ਤੇ ਉਹ ਫੈਸਿਲਿਟੀ ਟ੍ਰਾਂਜ਼ਿਟ ਕੈਂਪਸ ਵਾਸਤੇ ਮੈਡੀਕਲ ਕਾਲਜ ਚਲਾਉਣ ਵਾਸਤੇ ਦੇਣ ਨੂੰ ਤਿਆਰ ਹੈ। ਇਹ ਸਾਰੇ ਪੁਆਇੰਟਸ ਇਹਨਾਂ ਨੇ ਅੱਜ ਲਿਖਤੀ ਤੌਰ ਤੇ ਦਿੱਤੇ ਹੈਗੇ। ਇਹਨਾਂ ਦਾ ਰਿਪਰੈਜ਼ੈਂਟੇਸ਼ਨ ਜਿਹੜਾ ਹੈਗਾ ਉਹ ਅੱਜ ਸਰਕਾਰ ਨੂੰ ਭੇਜਤਾ ਜਾਵੇਗਾ ਤੇ ਹਾਇਰ ਅਫਸਰ ਧਿਆਨ 'ਚ ਗੱਲ ਆਂਦੀ ਜਾਊਗੀ ਕਿ ਇਹ ਜਿਹੜੇ ਹੈਗੇ ਲੇਟੈਸਟ ਡਿਵੈਲਪਮੈਂਟ ਹੋਏ ਆ ਤੇ ਇਹਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ। ਕਲਾਸਿਸ ਨੂੰ ਲੈ ਕੇ ਲੱਗਦਾ ਕਿ ਹਾਂ ਟਾਈਮ ਸ਼ਾਰਟ ਰਹਿ ਗਿਆ ਕਿ ਸਾਰੇ ਜਿਹੜੀ ਫਾਰਮੈਲਿਟੀਜ਼ ਨੇ ਪੂਰੀਆਂ ਹੋ ਜਾਣਗੀਆਂ ਜਲਦੀ? ਜੀ, ਜਿਹੜਾ ਇਹ ਟਾਈਮ ਹੈ ਇਹਦੇ ਬਾਰੇ ਗਵਰਨਮੈਂਟ ਆਫ ਇੰਡੀਆ ਨਾਲ ਮੈਟਰ ਟੇਕ ਅਪ ਕੀਤਾ ਜਾਵੇਗਾ। NMC ਜਿਹੜੀ ਹੈਗੀ ਨੈਸ਼ਨਲ ਮੈਡੀਕਲ ਕਮਿਸ਼ਨ, ਉਹ ਇਹਦੇ ਤੇ ਫੈਸਲਾ ਲੈਣਗੀਆਂ। ਅਸੀਂ ਕੋਸ਼ਿਸ਼ ਕਰਾਂਗੇ ਜੇਕਰ ਇਸ ਸੈਸ਼ਨ ਦੇ ਵਿੱਚ ਸ਼ੁਰੂ ਹੋ ਗਿਆ ਤਾਂ ਫਿਰ ਇਸ ਤੋਂ ਵਧੀਆ ਕੋਈ ਗੱਲ ਨਹੀਂ ਹੈ, ਨਹੀਂ ਤਾਂ ਨੈਕਸਟ ਸੈਸ਼ਨ ਦਾ ਡੈਫੀਨਿਟਲੀ ਆਪਾਂ ਇਸ ਤੇ ਸ਼ੁਰੂ ਕਰਾਂਗੇ। ਥੈਂਕ ਯੂ।